ਸੋ ਸਟੂਡੈਂਟਸ ਹੁਣ ਜਿਹੜਾ ਅਸੀਂ ਸਮ ਕਰਨ ਜਾ ਰਹੇ ਹਾਂ ਦੈਟ ਇਜ਼ ਮੋਸਟ ਇੰਪੋਰਟੈਂਟ ਸਮ ਅਕੋਰਡਿੰਗ ਟੂ ਐਗਜ਼ਾਮ ਪੁਆਇੰਟ ਆਫ ਵਿਊ ਬਿਕੋਜ਼ ਕਿਸੇ ਵੀ ਕੰਪਲੈਕਸ ਨੰਬਰ ਦਾ ਸਕੁਆਇਰ ਰੂਟ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਆ ਇਹ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹਦੇ ਵਿੱਚ ਚੇਂਜਿਸ ਕੀ ਹੋ ਸਕਦੇ ਆ, ਹੋ ਸਕਦਾ ਨੰਬਰਸ ਚੇਂਜ ਹੋਣ, 16 ਦੀ ਜਗ੍ਹਾ 15 ਹੋਵੇ, 30 ਦੀ ਜਗ੍ਹਾ ਕੋਈ ਹੋਰ ਨੰਬਰ ਹੋਵੇ, ਪਲੱਸ ਦੀ ਜਗ੍ਹਾ ਮਾਈਨਸ ਹੋਵੇ, ਮਾਈਨਸ ਦੀ ਜਗ੍ਹਾ ਪਲੱਸ ਹੋਵੇ, ਠੀਕ ਹੈ। ਬਟ ਫਾਈਂਡ ਆਊਟ ਕਰਨਾ ਕਿਸੇ ਵੀ ਕੰਪਲੈਕਸ ਨੰਬਰ ਦਾ ਸਕੁਆਇਰ ਰੂਟ ਬੇਟਾ ਉਹ ਸਮ ਆਂਦਾ ਹੀ ਆਂਦਾ ਹੁੰਦਾ ਐਗਜ਼ਾਮਸ ਵਿੱਚ। ਕੋਸ਼ਿਸ਼ ਕਰਨੀ ਹੈ ਕਿ ਸਮ ਛੱਡ ਕੇ ਨਹੀਂ ਜਾਣਾ। ਸੋ ਸਭ ਤੋਂ ਪਹਿਲਾਂ ਸਮਝੋ ਸਕੁਆਇਰ ਰੂਟ ਕਿਸੇ ਵੀ ਕੰਪਲੈਕਸ ਨੰਬਰ ਦਾ ਕਿਸ ਤਰ੍ਹਾਂ ਫਾਈਂਡ ਆਊਟ ਕਰੀਦਾ। ਅਗਰ ਮੈਂ ਇੱਕ ਹੋਲ ਨੰਬਰ ਲਵਾਂ 4, ਅਗਰ ਮੈਨੂੰ ਕਿਹਾ ਜਾਵੇ ਕਿ ਉਹਦਾ ਸਕੁਆਇਰ ਰੂਟ ਫਾਈਂਡ ਆਊਟ ਕਰੋ ਤਾਂ ਸਕੁਆਇਰ ਰੂਟ ਕਿੱਦਾਂ ਲਿਖੀਦਾ? ਅੰਡਰ ਰੂਟ ਪਾ ਕੇ। ਅੰਡਰ ਰੂਟ 4 ਦੀ ਵੈਲਿਊ ਕਿੰਨੀ ਹੈ 2, ਇਹਨੂੰ ਤਾਂ ਅਸੀਂ ਈਜ਼ੀਲੀ ਫਾਈਂਡ ਆਊਟ ਕਰ ਲਾਂਗੇ। ਬਸ ਇਸ ਚੀਜ਼ ਦਾ ਸਕੁਆਇਰ ਰੂਟ ਕਿਸ ਤਰ੍ਹਾਂ ਫਾਈਂਡ ਕਰਾਂਗੇ ਉਹਦੇ ਲਈ ਬੇਟਾ ਡਿਫਰੈਂਟ ਸਟੈਪਸ ਹੁੰਦੇ ਆ ਜੋ ਤੁਹਾਨੂੰ ਫੋਲੋ ਕਰਨੇ ਪੈਣੇ ਆ। ਸੋ ਸਭ ਤੋਂ ਪਹਿਲਾਂ ਕਰਨਾ ਕੀ ਹੈ, ਯੂ ਹੈਵ ਟੂ ਰਾਈਟ ਲੈਟ। ਅਸੀਂ ਲੈਟ ਲਿਖਾਂਗੇ। ਹੁਣ ਲੈਟ ਦੇ ਵਿੱਚ ਕਰਨਾ ਕੀ ਹੈ, ਜਿਸ ਚੀਜ਼ ਦਾ ਸਕੁਆਇਰ ਰੂਟ ਫਾਈਂਡ ਆਊਟ ਕਰਨਾ ਉਹਨੂੰ ਲਿਖਣਾ। ਹੁਣੇ ਮੈਂ ਤੁਹਾਨੂੰ ਦੱਸਿਆ ਕਿਸੇ ਵੀ ਚੀਜ਼ ਦਾ ਸਕੁਆਇਰ ਰੂਟ ਕਿਸ ਤਰ੍ਹਾਂ ਲਿਖੀਦਾ, ਉਹਦੇ ਉੱਤੇ ਅੰਡਰ ਰੂਟ ਪਾ ਕੇ। ਹੁਣ ਲੈਟ ਮੀਨਸ ਇਟ ਮੀਨਸ ਇਹਨੂੰ ਅਸੀਂ ਕਿਸੇ ਚੀਜ਼ ਦੇ ਇਕੁਅਲ ਕਰਾਂਗੇ। ਹੈ ਤਾਂ ਇਹ ਵੀ ਇੱਕ ਕੰਪਲੈਕਸ ਨੰਬਰ ਹੈ ਨਾ, ਬਟ ਇਹਦੇ ਵਿੱਚ ਸਾਨੂੰ ਰੀਅਲ ਔਰ ਇਮੈਜਨਰੀ ਪਾਰਟਸ ਦਿੱਤੇ ਹੋਏ ਆ। ਬਟ ਕਿਸੇ ਵੀ ਕੰਪਲੈਕਸ ਨੰਬਰ ਦੀ ਜਨਰਲ ਫੋਰਮ ਕਿਸ ਤਰ੍ਹਾਂ ਹੁੰਦੀ ਹੈ, ਐਕਸ ਪਲਸ ਅਯੋਟਾ ਵਾਈ। ਐਕਸ ਕੋਈ ਵੀ ਰੀਅਲ ਪਾਰਟ ਹੋ ਗਿਆ ਜਿਹਦੇ ਨਾਲ ਅਯੋਟਾ ਲੱਗਾ ਹੁੰਦਾ, ਦੈਟ ਇਜ਼ ਇਮੈਜਨਰੀ ਪਾਰਟ। ਜਾਂ ਫਿਰ ਉਹਨੂੰ ਏ ਪਲਸ ਅਯੋਟਾ ਬੀ ਕਰਕੇ ਵੀ ਲਿਖ ਸਕਦੇ ਹੋ। ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਜਨਰਲ ਫੋਰਮ ਦੇ ਇਕੁਅਲ ਤੁਸੀਂ ਕਰ ਸਕਦੇ ਹੋ। ਹੁਣ ਧਿਆਨ ਦੇਣਾ, ਮੈਂ ਇਹਨੂੰ ਕਿਹਦੇ ਇਕੁਅਲ ਕਰਨ ਲੱਗੀ ਹਾਂ, ਐਕਸ ਪਲਸ ਅਯੋਟਾ ਵਾਈ ਦੀ। ਹੁਣ ਮੇਨ ਜੋ ਸਮਝਣ ਵਾਲੀ ਚੀਜ਼ ਹੈ, ਜੋ ਬੱਚੇ ਸਟਾਰਟਿੰਗ 'ਤੇ ਹੀ ਗਲਤੀ ਕਰਦੇ ਆ, ਦੈਟ ਇਜ਼ ਸਾਈਨ। ਹੁਣ ਇੱਥੇ ਅਗਰ ਪਲੱਸ ਸਾਈਨ ਹੈ ਸੋ ਤੁਸੀਂ ਇਹਦੀ ਜਨਰਲ ਫੋਰਮ ਦੇ ਵਿੱਚ ਵੀ ਪਲੱਸ ਸਾਈਨ ਲਓਗੇ। ਅਗਰ ਇੱਥੇ ਮਾਈਨਸ ਸਾਈਨ ਹੋਏਗਾ ਤਾਂ ਜਨਰਲ ਫੋਰਮ ਦੇ ਵਿੱਚ ਵੀ ਤੁਸੀਂ ਮਾਈਨਸ ਸਾਈਨ ਲਓਗੇ, ਠੀਕ ਹੈ। ਹੁਣ ਸਿੰਪਲੀ ਇਹਨੂੰ ਪ੍ਰੋਸੀਡ ਕਿੱਦਾਂ ਕਰਨਾ ਆ, ਕਿਸੇ ਵੀ ਸਮ ਨੂੰ ਸੋਲਵ ਕਰਨ ਦੇ ਲਈ ਉਹ ਤੋਂ ਸਭ ਤੋਂ ਪਹਿਲਾਂ ਸਕੁਆਇਰ ਹਟਾਉਣਾ, ਸਕੁਆਇਰ ਰੂਟ ਹਟਾਉਣਾ ਜ਼ਰੂਰੀ ਹੈ। ਸੋ ਸਕੁਆਇਰ ਰੂਟ ਕਿਸ ਤਰ੍ਹਾਂ ਹਟੇਗਾ, ਸਕੁਆਇਰਿੰਗ ਬੋਥ ਸਾਈਡ ਕਰਕੇ। ਸੋ ਰਾਈਟ ਹੇਅਰ ਸਕੁਆਇਰਿੰਗ ਔਨ ਬੋਥ ਸਾਈਡ। ਸੋ ਹੁਣ ਮੈਂ ਬੋਥ ਸਾਈਡ 'ਤੇ ਸਕੁਆਇਰ ਕਰਨ ਲੱਗੀ ਹਾਂ, ਦੈਟ ਇਜ਼ 16 ਪਲੱਸ 30 ਅਯੋਟਾ ਅੰਡਰ ਰੂਟ ਹੋਲ ਸਕੁਆਇਰ ਐਕਸ ਪਲੱਸ ਅਯੋਟਾ ਵਾਈ ਹੋਲ ਸਕੁਆਇਰ। ਇਹਨੂੰ ਕਹਿੰਦੇ ਆ ਬੈਲੈਂਸ ਕਰਨਾ। ਹੁਣ ਬੇਸਿਕਲੀ ਨੈਕਸਟ ਸਟੈਪ ਕੀ ਹੋਏਗਾ, ਇਹਨੂੰ ਸੋਲਵ ਕਰਾਂਗੇ। ਸਕੁਆਇਰ ਨਾਲ ਸਕੁਆਇਰ ਰੂਟ ਕੈਂਸਲ ਹੋ ਜਾਏਗਾ। ਲਿਖਾਂਗੇ 16 ਪਲੱਸ 30 ਅਯੋਟਾ ਇਜ਼ ਇਕੁਅਲ ਟੂ, ਇਹਦੇ ਉੱਤੇ a ਪਲੱਸ ਬੀ ਹੋਲ ਸਕੁਆਇਰ ਅਪਲਾਈ ਕਰਾਂਗੇ, ਜੋ ਕਿ ਮੈਨੂੰ ਲਿਖਣ ਦੀ ਲੋੜ ਨਹੀਂ, ਦੈਟ ਇਜ਼ ਵੈਰੀ ਬੇਸਿਕ ਪ੍ਰੋਪਰਟੀ। ਦੈਟ ਇਜ਼ a ਪਲੱਸ ਬੀ ਹੋਲ ਸਕੁਆਇਰ ਕਿਹਦੇ ਇਕੁਅਲ ਹੁੰਦਾ ਹੈ, a ਸਕੁਆਇਰ ਪਲੱਸ b ਸਕੁਆਇਰ ਪਲੱਸ 2ab। ਮੈਂ ਲਿਖ ਦਿੰਦੀ ਹਾਂ ਫਿਰ ਵੀ, a ਪਲੱਸ ਬੀ ਹੋਲ ਸਕੁਆਇਰ ਇਜ਼ ਇਕੁਅਲਸ ਟੂ a ਸਕੁਆਇਰ ਪਲੱਸ b ਸਕੁਆਇਰ ਪਲੱਸ 2ab। ਇਹ ਵਾਲੀ ਪ੍ਰੋਪਰਟੀ ਮੈਂ ਇਸ ਉੱਪਰ ਅਪਲਾਈ ਕਰਾਂਗੀ। ਸੋ a ਦੀ ਜਗ੍ਹਾ ਕੀ ਹੈ ਐਕਸ ਸਕੁਆਇਰ ਪਲੱਸ b ਦੀ ਜਗ੍ਹਾ ਪੂਰਾ ਅਯੋਟਾ ਵਾਈ ਹੈ, ਅਯੋਟਾ ਵਾਈ ਹੋਲ ਸਕੁਆਇਰ ਪਲੱਸ 2 ਇੰਟੂ ਐਕਸ ਇੰਟੂ ਅਯੋਟਾ ਵਾਈ। ਹੁਣ ਨੈਕਸਟ ਸਟੈਪ 16 ਪਲੱਸ 30 ਅਯੋਟਾ ਇਜ਼ ਇਕੁਅਲ ਟੂ ਐਕਸ ਸਕੁਆਇਰ ਪਲੱਸ ਅਯੋਟਾ ਸਕੁਆਇਰ ਵਾਈ ਸਕੁਆਇਰ ਪਲੱਸ 2xy ਅਯੋਟਾ। ਹੁਣ ਨੈਕਸਟ ਸਟੈਪ ਕੀ ਹੈ, ਅਯੋਟਾ ਦੀਆਂ ਵੈਲਿਊਜ਼ ਫਿਲ ਕਰਾਂਗੇ ਜੋ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤੀਆਂ ਸੀ। ਅਯੋਟਾ ਸਕੁਆਇਰ ਇਜ਼ ਇਕੁਅਲ ਟੂ -1 ਹੁੰਦਾ ਹੈ ਐਂਡ ਅਯੋਟਾ ਦੀ ਵੈਲਿਊ ਹੁੰਦੀ ਹੈ ਅੰਡਰ ਰੂਟ -1। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿੱਥੇ ਜਿੱਥੇ ਅਯੋਟਾ ਸਕੁਆਇਰ ਹੋਏਗਾ ਯੂ ਹੈਵ ਟੂ ਪੁੱਟ ਦ ਵੈਲਿਊ ਆਫ -1 ਐਂਡ ਜਿੱਥੇ ਜਿੱਥੇ ਅਯੋਟਾ ਹੋਏਗਾ ਉੱਥੇ ਉੱਥੇ ਤੁਸੀਂ ਅੰਡਰ ਰੂਟ -1 ਨਹੀਂ ਫਿਲ ਕਰਨਾ, ਉਹਨੂੰ ਐਜ਼ ਇਟ ਇਜ਼ ਅਯੋਟਾ ਹੀ ਰਹਿਣ ਦੇਣਾ ਹੈ। ਸੋ ਨੈਕਸਟ ਸਟੈਪ ਕੀ ਹੋਏਗਾ, 16 ਪਲੱਸ 30 ਅਯੋਟਾ ਇਜ਼ ਇਕੁਅਲ ਟੂ ਐਕਸ ਸਕੁਆਇਰ। ਆਈ ਸਕੁਆਇਰ ਦੀ ਵੈਲਿਊ ਫਿਲ ਕਰਾਂਗੇ, ਦੈਟ ਇਜ਼ -1 ਵਾਈ ਸਕੁਆਇਰ ਪਲੱਸ 2xy ਅਯੋਟਾ ਐਜ਼ ਇਟ ਇਜ਼। ਹੁਣ ਨੈਕਸਟ ਸਟੈਪ ਧਿਆਨ ਨਾਲ ਦੇਖਣਾ, ਥੋੜਾ ਕੈਮਰਾ ਸੈੱਟ ਕਰ ਦੇਵਾਂ। ਹਾਂਜੀ, 16 ਪਲੱਸ 30 ਅਯੋਟਾ ਇਜ਼ ਇਕੁਅਲ ਟੂ, ਆਈ ਹੋਪ ਇਟ ਇਜ਼ ਕਲੀਅਰ, x square minus y square because plus minus that is minus y square plus 2xy ਅਯੋਟਾ। ਹੁਣ ਮੈਂ ਕੀ ਕਰੂੰਗੀ, ਇਮੈਜਨਰੀ ਔਰ ਰੀਅਲ ਪਾਰਟਸ ਨੂੰ
बराबर करूँगी, ठीक है। सो इन्ना दोनों के नाल आयोटा नहीं लगा, दैट मीनस इट इज़ अ इमैजिनरी पार्ट। सो इन्हूं मैं ब्रैकेट च रख लैनी है। ये आयोटा लगा दैट इज़ सॉरी, जिन्ना दे नाल आयोटा नहीं लगा दैट इज़ रियल पार्ट, और जिन्ना दे नाल आयोटा लगा दैट इज़ इमैजिनरी पार्ट। सो हुण अपना नैक्सट स्टैप की होएगा, नैक्सट असीं इहनूं इत्थों ही प्रोसीड करांगे। एक चीज़ होर ध्यान देने वाली है, दैट इज़ जिहड़ी फर्स्ट असीं इक्वेशन बनाई सी उन्होंने फर्स्ट नंबर दे देना, ठीक है। उस तो बाद देखो बोथ साइड साडे को रियल पार्ट्स भी गए है और इमैजिनरी पार्ट्स भी है। सो उन्होंने असीं इक्वेट कर देंगे। हुण इक्वेट करन दा मतलब की हुंदा इक्वल करना, ठीक है। सो राइट हेयर इक्वेटिंग रियल एंड इमैजिनरी पार्ट्स, ठीक है। रियल और इमैजिनरी पार्ट्स मैं इक्वेट कर लगी हाँ। देखो इधर रियल पार्ट केड़ा है जिहदे नाल आयोटा नहीं लगा दैट इज़ 16। 16 किहदे इक्वल हो जाएगा एक्स स्क्वायर माइनस वाई स्क्वायर दे। नैक्सट देखो इधर इमैजिनरी पार्ट केड़ा है 30, नाल असीं आयोटा नहीं यूज़ करांगे बिकॉज वी आर इक्वेटिंग रियल एंड इमैजिनरी पार्ट्स। उन्होंने सिर्फ असी नंबरस लिखांगे दैट इज़ 30 इज़ इक्वल टू 2xy। सो मेरे को दो अनदर इक्वेशनस बन गई दैट इज़ सैकेंड नंबर एंड इक्वेशन नंबर थर्ड। आई होप इन्ना क्लीयर होएगा तुहानूं। हाँ जी स्टूडेंट्स, हम इस तो बाद एक प्रॉपर्टी यूज़ होएगी जो मैं थोड़ी जी तुहाडे नाल डिस्कस करूँगी किस तरह बनती है। एक बेसिक प्रॉपर्टी हुंदी है दैट इज़ एक बॉक्स के विच समझा रही हैं तुहानूं, तुसीं भी अपनी कन्वीनियंस के लिए साइड उत्ते लिख सकते हो कि प्रॉपर्टी किस तरह डिवेलप हुई है। देखो बेटा प्रॉपर्टीज़ ए प्लस बी होल स्क्वायर माइनस ए माइनस बी होल स्क्वायर इज़ इक्वल टू 4ab, ठीक है। इस तरह की प्रॉपर्टी होंगी है। अगर मैं ए प्लस बी की वैल्यू फाइंड आउट करनी है सो ए प्लस बी होल स्क्वायर मैं इसे साइड रहन देवांगी, इनू शिफ्ट कर देंगे दैट इज़ 4ab प्लस ए माइनस बी होल स्क्वायर, ठीक है। अगर मैं ए माइनस बी होल स्क्वायर फाइंड आउट करना है सो इनू इधर ही रहन देंगे, इनू दूसरी साइड शिफ्ट कर देंगे, ठीक है। एक बेसिक प्रॉपर्टी है। हुण अगर मैं गल करा कि मेरे को ए की जगह कोई होर ए की जगह ए स्क्वायर है एंड बी की जगह बी स्क्वायर है, वो प्रॉपर्टी किस तरह बनेगी दैट इज़ ए स्क्वायर प्लस बी स्क्वायर। प्रॉपर्टी सेम ही रहेगी, बस ए की जगह ए स्क्वायर फिल कर दो, बी की जगह बी स्क्वायर फिल कर दो, दैट इज़ ए स्क्वायर माइनस बी स्क्वायर इज़ इक्वल टू 4a स्क्वायर बी स्क्वायर, ठीक है। और सिमिलरली इनू इसे साइड रहन दो, इनू दूसरी साइड शिफ्ट कर दो, सो असीं फाइंड आउट कर सकते हैं। हुण असी इस सम दे विच अल्फाबैट्स यूज़ कर रहे हैं एक्स और वाई। सो बेसिकली जिहड़े अल्फाबैट्स असी स्टार्टिंग तो यूज़ कर रहे हैं उही अल्फाबैट्स दे विच असी प्रॉपर्टी लिखांगे। सो अगर मैं एक्स और वाई यूज़ कर रही हाँ सो इहदी जगह मैं की लिखूँगी एक्स स्क्वायर प्लस वाई स्क्वायर होल स्क्वायर माइनस एक्स स्क्वायर माइनस वाई स्क्वायर होल स्क्वायर इज़ इक्वल टू 4x स्क्वायर वाई स्क्वायर, ठीक है। दिस विल बी अर प्रॉपर्टी। सो बेसिकली देखो मैं तुहानूं इत्थे समझा देनी हूँ, उत्थे डायरैक्ट प्रॉपर्टी लिख लवांगे। एक्स स्क्वायर माइनस वाई स्क्वायर की साडे को वैल्यू हैगी है, सो असी वैल्यू की फाइंड आउट करनी है एक्स स्क्वायर प्लस वाई स्क्वायर की। सो इनू मैं इसी साइड पर रखूँगी एक्स स्क्वायर प्लस वाई स्क्वायर होल स्क्वायर इज़ इक्वल टू 4x स्क्वायर वाई स्क्वायर, इनू शिफ्ट कर देंगे दैट इज़ एक्स स्क्वायर माइनस वाई स्क्वायर होल स्क्वायर, ठीक है। सो बेसिकली असी ए वाली प्रॉपर्टी इत्थे यूज़ करन लगे हैं। और याद रखना स्क्वायर रूट किसी भी कंपलैक्स नंबर का फाइंड आउट करना है तो यही प्रॉपर्टी असी यूज़ करनी है, यही प्रॉपर्टी असी लिखनी है। सो इनू बेसिकली इदा ही याद कर लो, बट वो किस तरह बनी है वो तुहानूं पता होना चाहिए। सो हुण जिहड़ी असी प्रॉपर्टी बनाई सीगी वो असी लिखन लगे हाँ नाउ। जिहड़ी प्रॉपर्टी लिखी सीगी दैट इज़ एक्स स्क्वायर प्लस वाई स्क्वायर होल स्क्वायर इज़ इक्वल टू एक्स स्क्वायर माइनस वाई स्क्वायर होल स्क्वायर प्लस 4x स्क्वायर वाई स्क्वायर। भावें तुसीं 4x स्क्वायर वाई स्क्वायर नूं अगे लिखो, भावें तुसीं एक्स स्क्वायर माइनस वाई स्क्वायर होल स्क्वायर नूं अगे लिखो, सेम ही चीज़ है। हुण
ਨੈਕਸਟ ਸਟੈਪ ਕੀ ਹੋਏਗਾ, ਅਸੀਂ ਵੈਲਿਊਜ਼ ਫਿਲ ਕਰਾਂਗੇ। ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਦੀ ਵੈਲਿਊ ਇਜ਼ 16, ਸੋ 16 ਹੋਲ ਸਕੁਆਇਰ ਪਲਸ 4x ਸਕੁਆਇਰ ਵਾਈ ਸਕੁਆਇਰ। ਹੁਣ ਤੁਸੀਂ ਕਹੋਗੇ ਕਿ 4x ਸਕੁਆਇਰ ਵਾਈ ਸਕੁਆਇਰ ਦੀ ਵੈਲਿਊ ਤਾਂ ਹੈ ਹੀ ਨਹੀਂ, ਬਟ ਅਗਰ ਤੁਸੀਂ ਥਰਡ ਇਕੁਏਸ਼ਨ ਵੱਲ ਦੇਖੋਗੇ ਅਸੀਂ ਉਹਦੇ ਤੋਂ 4x ਸਕੁਆਇਰ ਵਾਈ ਸਕੁਆਇਰ ਦੀ ਵੈਲਿਊ ਨਿਕਾਲ ਸਕਦੇ ਹਾਂ। ਕਿਸ ਤਰ੍ਹਾਂ? ਇਹਨੂੰ ਤੁਸੀਂ ਚਾਹੇ ਇੱਥੇ ਹੀ ਸੋਲਵ ਕਰ ਲਓ, ਚਾਹੇ ਨੈਕਸਟ ਸਟੈਪ 'ਚ ਸੋਲਵ ਕਰ ਲੈਣਾ। ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸੂੰਗੀ। ਅਗਰ ਤੁਸੀਂ ਇੱਥੇ ਹੀ ਇਹਨੂੰ ਸੋਲਵ ਕਰਨਾ ਚਾਹੁੰਦੇ ਹੋ ਤਾਂ ਸਟਾਰਟਿੰਗ 'ਤੇ ਕਰ ਲੈਣਾ ਸਕੁਐਰਿੰਗ ਬੋਥ ਸਾਈਡ। ਸਕੁਐਰਿੰਗ ਕਰੋਗੇ ਬੋਥ ਸਾਈਡ ਅਤੇ ਤੁਹਾਡੇ ਕੋਲ ਆ ਜਾਏਗਾ 4x ਸਕੁਆਇਰ ਵਾਈ ਸਕੁਆਇਰ। ਜਾਂ ਤਾਂ ਤੁਸੀਂ ਉਹਨੂੰ ਇੱਥੇ ਹੀ ਸੋਲਵ ਕਰ ਲਓ ਅਤੇ ਡਾਇਰੈਕਟ ਤੁਸੀਂ ਇਹਦੇ ਵਿੱਚ ਵੈਲਿਊ ਫਿਲ ਕਰ ਸਕਦੇ ਹੋ। ਠੀਕ ਹੈ, ਅਗਰ ਤੁਸੀਂ ਨੈਕਸਟ ਸਟੈਪ 'ਚ ਸੋਲਵ ਕਰਨਾ ਆ ਅਤੇ ਉਹਦੇ ਲਈ ਵੀ ਇੱਕ ਅਲੱਗ ਤਰੀਕਾ ਆ, ਦੈਟ ਇਜ਼ 4x ਸਕੁਆਇਰ ਵਾਈ ਸਕੁਆਇਰ ਅਗਰ ਹੈਗਾ ਆ ਤਾਂ ਉਹਨੂੰ ਲਿਖ ਸਕਦੇ ਹਾਂ 2xy ਹੋਲ ਸਕੁਆਇਰ। ਇਸ ਤਰ੍ਹਾਂ ਕਰਕੇ ਲਿਖ ਸਕਦੇ ਹਾਂ। ਹੁਣ ਦੇਖੋ 2xy ਦੀ ਵੈਲਿਊ ਕਿੰਨੀ ਹੈ 30, ਸੋ ਇਹਦੇ ਵਿੱਚ ਤੁਸੀਂ ਵੈਲਿਊ 30 ਫਿਲ ਕਰ ਦੇਣਾ। ਸੋ 30 ਦਾ ਸਕੁਆਇਰ ਕਿੰਨਾ ਹੋ ਜਾਏਗਾ ਤੁਹਾਡੇ ਕੋਲ 900। ਠੀਕ ਹੈ, ਸੋ ਮੈਨੂੰ ਜ਼ਿਆਦਾ ਜੋ ਈਜ਼ੀ ਲੱਗਦਾ ਹੈ ਦੈਟ ਇਜ਼ ਕਿ ਥਰਡ ਇਕੁਏਸ਼ਨ ਤੋਂ ਬਾਅਦ ਹੀ ਬੋਥ ਸਾਈਡ ਸਕੁਆਇਰ ਕਰ ਦਾਂਗੇ ਅਤੇ 4x ਸਕੁਆਇਰ ਵਾਈ ਸਕੁਆਇਰ ਦੀ ਵੈਲਿਊ ਈਜ਼ੀਲੀ ਫਾਈਂਡ ਆਊਟ ਹੋ ਜਾਏਗੀ। ਹੁਣ ਇੱਥੇ ਦੇਖੋ 30 ਦਾ ਹੋਲ ਸਕੁਆਇਰ ਦੈਟ ਇਜ਼ 900, 900 ਇਕੁਅਲ ਟੂ 4x ਸਕੁਆਇਰ ਵਾਈ ਸਕੁਆਇਰ। ਠੀਕ ਹੈ, ਸੋ 4x ਸਕੁਆਇਰ ਵਾਈ ਸਕੁਆਇਰ ਦੀ ਵੈਲਿਊ ਕਿੰਨੀ ਆ ਗਈ 900। ਉਸ ਤੋਂ ਬਾਅਦ ਤੁਸੀਂ 16 ਦਾ ਹੋਲ ਸਕੁਆਇਰ ਕਰੋਗੇ, ਉਹ ਤੁਹਾਡੇ ਕੋਲ ਆਏਗਾ 256 ਪਲੱਸ 900 ਔਰ ਤੁਹਾਡੇ ਕੋਲ ਇੱਥੇ ਆ ਜਾਏਗਾ 1156। ਠੀਕ ਹੈ, ਆਫਟਰ ਦੈਟ ਤੁਸੀਂ ਕੀ ਕਰੋਗੇ, ਦੇਖੋ ਇਸ ਚੀਜ਼ ਦਾ ਜੋ ਆਨਸਰ ਤੁਹਾਡਾ ਆਇਆ ਦੈਟ ਇਜ਼ 1156। ਇਹਨੂੰ ਅਸੀਂ ਦੁਬਾਰਾ ਲਿਖਾਂਗੇ ਐਕਸ ਸਕੁਆਇਰ ਪਲੱਸ ਵਾਈ ਸਕੁਆਇਰ ਹੋਲ ਸਕੁਆਇਰ ਇਜ਼ ਇਕੁਅਲ ਟੂ 1156। ਹੁਣ ਦੇਖੋ ਸਕੁਆਇਰ ਜਦੋਂ ਦੂਸਰੀ ਸਾਈਡ ਸ਼ਿਫਟ ਹੋ ਜਾਏਗਾ ਉਹ ਕੀ ਬਣ ਜਾਏਗਾ ਸਕੁਆਇਰ ਰੂਟ। ਔਰ ਜਦੋਂ ਵੀ ਸਕੁਆਇਰ ਰੂਟ ਕੋਈ ਚੀਜ਼ ਬਣਦੀ ਹੈ ਉਹਦੇ ਨਾਲ ਪਲੱਸ ਔਰ ਮਾਈਨਸ ਦੋਨੋਂ ਸਾਈਨਸ ਆਉਂਦੇ ਆ। 1156 ਦਾ ਜਦੋਂ ਤੁਸੀਂ ਸਕੁਆਇਰ ਰੂਟ ਸੋਲਵ ਕਰੋਗੇ ਉਹ ਤੁਹਾਡੇ ਕੋਲ ਆਏਗਾ 34। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਇੱਕ ਬਹੁਤ ਹੀ ਜੋ ਬੇਸਿਕ ਚੀਜ਼ ਸਮਝਣ ਵਾਲੀ ਹੈ ਜੋ ਮੋਸਟਲੀ ਟੀਚਰਸ ਸਟੂਡੈਂਟਸ ਸਕਿਪ ਕਰ ਦਿੰਦੇ ਆ, ਉਹ ਇਹ ਹੈ ਐਕਸ ਸਕੁਆਇਰ ਪਲੱਸ ਵਾਈ ਸਕੁਆਇਰ ਦੀਆਂ ਦੋ ਵੈਲਿਊਜ਼ ਆ ਰਹੀਆਂ, ਇੱਕ ਪੋਜ਼ੀਟਿਵ ਔਰ ਇੱਕ ਨੈਗੇਟਿਵ। ਹੁਣ ਧਿਆਨ ਨਾਲ ਦੇਖੋ ਅਸੀਂ ਕਿਹੜੀ ਵੈਲਿਊ ਲੈਣੀ ਹੈ, ਪੋਜ਼ੀਟਿਵ ਵੈਲਿਊ ਲੈਣੀ ਹੈ ਜਾਂ ਨੈਗੇਟਿਵ ਵੈਲਿਊ ਲੈਣੀ ਹੈ। ਦੇਖੋ ਅਗਰ ਮੈਂ ਤੁਹਾਨੂੰ ਕਹਾਂ ਕਿ ਦੋ ਚੀਜ਼ਾਂ ਦੇ ਸਕੁਆਇਰ ਦਾ ਸਮ ਨੈਗੇਟਿਵ ਹੁੰਦਾ ਹੈ, ਕੀ ਇਹ ਪੋਸੀਬਲ ਹੈਗਾ? ਰੋਂਗ ਹੈ। ਮੈਂ ਕੀ ਕਹਿ ਰਹੀ ਹਾਂ ਕਿ ਦੋ ਚੀਜ਼ਾਂ ਦੇ ਸਕੁਆਇਰ ਦਾ ਸਮ ਨੈਗੇਟਿਵ ਹੁੰਦਾ ਹੈ। ਸੁਪੋਜ਼ ਕਰ ਲਓ ਕਿ ਤੁਹਾਡੇ ਕੋਲ x ਦੀ ਵੈਲਿਊ ਹੈ -2, y ਦੀ ਵੈਲਿਊ ਹੈ -3। ਠੀਕ ਹੈ, ਇਹਨਾਂ ਦੋਨਾਂ ਦਾ ਸਕੁਆਇਰ ਦਾ ਸਮ ਨਿਕਾਲਣਾ ਹੈ। ਕੀ ਆਏਗਾ -2 ਦਾ ਹੋਲ ਸਕੁਆਇਰ, ਫਿਰ ਉਸ ਤੋਂ ਬਾਅਦ ਪਲੱਸ -3 ਦਾ ਹੋਲ ਸਕੁਆਇਰ। -2 ਦਾ ਹੋਲ ਸਕੁਆਇਰ ਕਿੰਨਾ ਆਇਆ 4, -3 ਦਾ ਹੋਲ ਸਕੁਆਇਰ ਕਿੰਨਾ ਆਇਆ 9 ਔਰ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ 13 ਆ ਜਾਏਗਾ ਵਿਚ ਇਜ਼ ਪੋਜ਼ੀਟਿਵ 13। ਠੀਕ ਹੈ, ਮਤਲਬ ਆਨਸਰ ਤੁਹਾਡੇ ਕੋਲ ਨੈਗੇਟਿਵ ਨਹੀਂ ਆ ਰਿਹਾ, ਦੈਟ ਇਜ਼ ਪੋਜ਼ੀਟਿਵ 13। ਕਲੀਅਰ? ਸੋ ਇੱਥੋਂ ਕਲੀਅਰ ਹੁੰਦਾ ਆ ਕਿ ਦੋ ਚੀਜ਼ਾਂ ਦੇ ਸਕੁਆਇਰ ਦਾ ਸਮ ਆਲਵੇਜ਼ ਪੋਜ਼ੀਟਿਵ ਆਉਂਦਾ ਆ, ਨੈਗੇਟਿਵ ਕਦੀ ਨਹੀਂ ਆਉਂਦਾ। ਠੀਕ ਹੈ, ਚਾਹੇ ਦੋਨਾਂ ਦੀ ਵੈਲਿਊ ਨੈਗੇਟਿਵ ਹੀ ਕਿਉਂ ਨਾ ਹੋਵੇ, ਬਟ ਜਦੋਂ ਉਹਨੂੰ ਅਸੀਂ ਸੋਲਵ ਕਰਾਂਗੇ ਵੈਲਿਊਜ਼ ਪੁੱਟ ਕਰਾਂਗੇ ਉਹਦਾ ਆਲਵੇਜ਼ ਆਨਸਰ ਕੀ ਆਏਗਾ ਪੋਜ਼ੀਟਿਵ ਆਏਗਾ। ਸੋ ਇੱਥੇ ਕੀ ਹੋਏਗਾ ਨੈਗੇਟਿਵ ਰਿਜੈਕਟਿਡ। ਸੋ ਬੇਸਿਕਲੀ ਸਾਡੇ ਕੋਲ ਵੈਲਿਊ ਕੀ ਆਈ ਹੈ 34। ਠੀਕ ਹੈ, ਸੋ ਇੱਥੇ ਸਾਡੇ ਕੋਲ ਵੈਲਿਊ ਕਿੰਨੀ ਆਈ ਹੈ ਐਕਸ ਸਕੁਆਇਰ ਪਲੱਸ ਵਾਈ ਸਕੁਆਇਰ ਇਜ਼ ਇਕੁਅਲ ਟੂ 34। ਸੋ ਇਹਨੂੰ ਮੈਂ ਅਨਦਰ ਇਕੁਏਸ਼ਨ ਦਾ ਨਾਮ ਦੇ ਦੂੰਗੀ ਦੈਟ ਇਜ਼ ਇਕੁਏਸ਼ਨ ਨੰਬਰ 4। ਸੋ ਹੁਣ ਤੱਕ ਮੇਰੇ ਕੋਲ 4 ਇਕੁਏਸ਼ਨਸ ਆਈਆਂ, ਫਰਸਟ ਇਕੁਏਸ਼ਨ, ਸੈਕਿੰਡ ਇਕੁਏਸ਼ਨ, ਥਰਡ ਐਂਡ ਫੋਰਥ। ਜੋ ਸਾਡੇ ਕੋਲ 4 ਇਕੁਏਸ਼ਨਸ ਬਣੀਆਂ ਸੀਗੀਆਂ ਉਹ ਮੈਂ ਸਾਈਡ ਉੱਤੇ ਲਿਖ ਦਿੱਤੀਆਂ। ਆ 4 ਇਕੁਏਸ਼ਨਸ ਬਣੀਆਂ, ਹੁਣ ਇਹਨਾਂ ਨੂੰ ਯੂਜ਼ ਕਰਕੇ ਅਸੀਂ ਅੱਗੇ ਸੋਲਵ ਕਰਾਂਗੇ। ਠੀਕ, ਹੁਣ ਉਸ ਤੋਂ ਬਾਅਦ ਸਾਡਾ ਨੈਕਸਟ ਸਟੈਪ ਕੀ ਹੋਏਗਾ, ਅਸੀਂ ਐਡ ਕਰਾਂਗੇ ਸੈਕਿੰਡ ਔਰ ਫੋਰਥ ਇਕੁਏਸ਼ਨ ਨੂੰ। ਸੈਕਿੰਡ ਔਰ ਫੋਰਥ ਇਕੁਏਸ਼ਨ ਕਿਹੜੀ ਹੈ ਸਾਡੀ, ਦਿਸ ਵਨ ਔਰ ਦਿਸ ਵਨ। ਠੀਕ ਹੈ, ਸੋ ਇੱਥੇ ਮੈਂ ਲਿਖ ਰਹੀ ਹਾਂ ਐਡਿੰਗ
ਸੈਕਿੰਡ ਐਂਡ ਫੋਰਥ। ਸੋ ਤੁਹਾਨੂੰ ਕੀ ਮਿਲੇਗਾ ਜਦੋਂ ਤੁਸੀਂ ਐਡ ਕਰੋਗੇ? ਐਡ ਕਿਸ ਤਰ੍ਹਾਂ ਕਰਨਾ? ਲੈਫਟ ਹੈਂਡ ਸਾਈਡ ਨੂੰ ਲੈਫਟ ਹੈਂਡ ਸਾਈਡ ਨਾਲ ਐਡ ਕਰੋਗੇ, ਰਾਈਟ ਹੈਂਡ ਸਾਈਡ ਨੂੰ ਰਾਈਟ ਹੈਂਡ ਸਾਈਡ ਨਾਲ ਐਡ ਕਰੋਗੇ। ਹਾਂਜੀ, ਹੁਣ ਮੈਂ ਸੈਕਿੰਡ ਔਰ ਫੋਰਥ ਇਕੁਏਸ਼ਨ ਨੂੰ ਬੇਸਿਕਲੀ ਐਡ ਕਰ ਚੁੱਕੀ ਹੋਈ ਹਾਂ। ਠੀਕ ਹੈ, ਹੁਣ ਇਹਨੂੰ ਸੋਲਵ ਕਿੱਦਾਂ ਕਰਨਾ ਹੈ? ਐਕਸ ਸਕੁਆਇਰ ਪਲੱਸ ਐਕਸ ਸਕੁਆਇਰ ਕਿੰਨਾ ਹੋ ਜਾਏਗਾ? 2x ਸਕੁਆਇਰ। ਵਾਈ ਸਕੁਆਇਰ ਨਾਲ ਵਾਈ ਸਕੁਆਇਰ ਬੇਸਿਕਲੀ ਕੈਂਸਲ ਹੋ ਜਾਏਗਾ। 16 ਪਲੱਸ 34 ਵਿਲ ਬੀ 50। 2 ਨੂੰ ਡਿਵਾਈਡ ਕੀਤਾ ਤਾਂ ਤੁਹਾਡੇ ਕੋਲ ਆ ਜਾਏਗਾ ਇੱਥੇ 25। ਹੁਣ ਸਕੁਆਇਰ ਹੈ ਉਹ ਦੂਸਰੀ ਸਾਈਡ ਜਾ ਕੇ ਕੀ ਹੋ ਜਾਏਗਾ? ਪਲੱਸ ਮਾਈਨਸ 20 ਰੂਟ 25। 25 ਦਾ ਰੂਟ ਕਿੰਨਾ ਹੁੰਦਾ ਆ? 5। ਸੋ ਐਕਸ ਦੀ ਵੈਲਿਊ ਆਪਣੇ ਕੋਲ 2 ਆਈਆਂ ਨੇ, ਦੈਟ ਇਜ਼ +5 ਔਰ -5। ਹੁਣ ਇੱਥੇ ਇੱਕ ਕੁਐਸਚਨ ਰੇਜ਼ ਬੱਚੇ ਸਮਟਾਈਮਸ ਕੀ ਕਰਦੇ ਕਿ ਮੈਮ ਇੱਥੇ ਕਿਹੜਾ ਵਾਲਾ 5 ਲੈਣਾ? ਪੋਜ਼ੀਟਿਵ 5 ਲੈਣਾ ਜਾਂ ਨੈਗੇਟਿਵ 5 ਲੈਣਾ? ਹੁਣ ਇੱਥੇ ਇੱਕ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਇੱਥੇ ਸਿੰਪਲੀ ਅਸੀਂ 1 ਵੇਰੀਏਬਲ ਦੀ ਵੈਲਿਊ ਫਾਈਂਡ ਆਊਟ ਕਰ ਰਹੇ ਹਾਂ, ਦੈਟ ਇਜ਼ x, ਸਿੰਪਲੀ 1 ਵੇਰੀਏਬਲ। ਸੋ ਉਹਦੇ ਕੋਲ ਆਪਣੀ ਉਸ ਕੇਸ 'ਚ ਕੋਈ ਪੋਜ਼ੀਟਿਵ ਔਰ ਨੈਗੇਟਿਵ ਰਿਜੈਕਟ ਨਹੀਂ ਹੁੰਦਾ, ਦੋਨੋਂ ਵੈਲਿਊਜ਼ ਆਉਂਦੀਆਂ ਨੇ, ਪੋਜ਼ੀਟਿਵ ਵੀ ਔਰ ਨੈਗੇਟਿਵ ਵੀ। ਸੋ ਬੇਸਿਕਲੀ ਆਪਣੇ ਕੋਲ x ਦੀਆਂ 2 ਵੈਲਿਊਜ਼ ਆਈਆਂ ਨੇ। ਹੁਣ ਕੀ ਕਰਨਾ ਹੈ? ਅਸੀਂ ਇਸ x ਦੀਆਂ ਵੈਲਿਊਜ਼ ਨੂੰ ਅਸੀਂ ਥਰਡ ਇਕੁਏਸ਼ਨ 'ਚ ਫਿਲ ਕਰਨਾ ਹੈ ਟਰਨ ਬਾਈ ਟਰਨ। ਹਾਂਜੀ, ਹੁਣ ਮੈਂ ਪਾਰਟੀਸ਼ਨ ਕਰਕੇ ਸਮ ਸੋਲਵ ਕਰਾਂਗੀ। ਵੈਨ x ਦੀ ਵੈਲਿਊ 5, ਠੀਕ ਹੈ, ਔਰ ਹੋ ਵੈਨ x ਇਕੁਅਲ ਟੂ -5, ठीक है। तो अपने को वैल्यू की आएगी इस थर्ड इक्वेशन जो फिल करनी है असी 2xy इज़ इक्वल टू 30, 2xy इज़ इक्वल टू 30। ध्यान नाल देखना, 2 × 5 × y इक्वल टू 30, 2 5 10 और 10 ਨੂੰ इधर आके डिवाइड करोगे तो y की वैल्यू तुहाडे को आ जाएगी 3। मैं डायरैक्ट सॉल्व कर दिता। फिर 2 -5 y इक्वल टू 30, इत्थे हो जाएगा -10 इक्वल टू 30। सो बेसिकली y की वैल्यू कितनी आ जाएगी? -3। हुण इत्थे साडे कोल x दीयां वैल्यूज़ भी आ गई और y दीयां वैल्यूज़ भी आ गई। हुण इन्हां वैल्यूज़ नूं असीं फर्स्ट इक्वेशन च फिल करना है, जो जित्थों साडा क्वेश्चन जो है स्टार्ट होया सी, जित्थों असीं सम सॉल्व करना स्टार्ट कीता सी, विच इज़ वेरी वेरी इंपॉर्टेंट। और मैं इत्थे तुहानूं सॉल्व करके दिखा रही हाँ। हाँ जी स्टूडेंट्स, इत्थे जो बच्चे गलती करते हैं वो की मिसटेक करते हैं, जदों उन्होंने एक्स और वाई दी वैल्यूज़ फिल करनी है उस टाइम ते किसी भी एक्स की वैल्यू, सुपोज इत्थे एक्स की वैल्यू -5 फिल करती और वाई 3 फिल करता, विच इज़ रोंग। वैन एवर जदों तुसी एक्स की वैल्यू 5 फिल की है उस टाइम ते जो तुहाडा वाई का आंसर आया उही वैल्यू तुसी वाई की फिल करनी है, ठीक है। मैं तुहानूं दसदी हाँ किद्दां। हुण मैं वारी वारी सिर एक्स और वाई दी वैल्यूज़ फिल करूँगी। हाँ जी, जो हुण असी टर्न वाइज वैल्यूज़ फिल करांगे फर्स्ट इक्वेशन दे विच। सो साडे को आंसर की आएगा 16 + 30 अयोटा इज़ इक्वल टू, देखो इत्थे एक्स की वैल्यू कितनी है 5, सो मैं 5 फिल कर रही हाँ, प्लस वाई की वैल्यू कितनी है 3, सो अयोटा। हुण दूसरी साइड मैं लिखन लगी हाँ देयरफॉर √16 + 30 अयोटा इज़ इक्वल टू, एक्स की वैल्यू कितनी है -5 और वाई की वैल्यू कितनी है -3। सो एक्स कितना -5, वाई -3 है, 3 अयोटा, ठीक है। जो वाई च तुसी -3 फिल करोगे तो प्लस है, प्लस माइनस माइनस, सो -3। हुण देखो ध्यान नाल, इत्थे मैं माइनस कॉमन कढ सकदी हाँ, देखो दोनों दी वैल्यू सेम आई, एक पॉजिटिव आई है एक नैगेटिव आई है। सो कि मैं उन्होंने इस तरह लिख सकती हाँ, देयरफॉर √16 + 30 अयोटा इज़ इक्वल टू ±5 + 3 अयोटा। दिस इज़ योर आंसर। स्क्वायर रूट असी इहदा फाइंड आउट कर लिया, जो कि है आंसर आया। आई होप तुहानूं ये वीडियो के थ्रू बहुत कुछ समझ विच आया होएगा। बच्चे बहुत स्टैप्स जो है वो छड़ देंगे हैं और क्रैमिंग के उपर जाते हैं, जिहदे करके अगर इस तो इलावा कोई सम आंदा सॉल्व नहीं कर पाते और पूरे मार्क्स नहीं लै पाते। सो मेरा मोटिव यही है कि तुहानूं हर एक स्टैप समझ आए, स्टैप बाय स्टैप तुसीं सारे सम सॉल्व करो, ताकि इस तो इलावा जो सम्स आन या इस तो इलावा जो नंबरिंग चेंज होवे, साइन चेंज होवे, तुहानूं पता होवे किस तरह कित्थे की यूज़ होना है। सो बेस्ट ऑफ लक
ਇਹ ਸਮ ਬਹੁਤ ਇੰਪੋਰਟੈਂਟ ਹੈ ਔਰ ਇਹਨੂੰ ਛੱਡ ਕੇ ਨਹੀਂ ਜਾਣਾ। ਥੈਂਕ ਯੂ।